सतनाम श्री वाहिगुरु साहिब जी। श्री नानक पाद पंकज बंदन, पाद पंकज बंदन। सिमरो अंगद दोख नकंदन। अमरदास गुर हृदय ध्यावो, गुर हृदय ध्यावो। श्री गुरु रामदास गुण गावो। श्री अर्जन विघ्नन के नासक, विघ्नन के नासक। हर गोविंद शुभ समत प्रकाशक। श्री हर राय नमो कर जोरी, नमो कर जोरी। गुरु हर कृष्ण मनाओ बहोरी। तेग बहादुर परम कृपाला जी, परम कृपाला। श्री गुरु गोविंद सिंह विसाला। तरो तरा धर पुन पुन सीसा, वाहिगुरु पुन पुन सीसा। बंदो बार बार जगदीशा। श्री गुर शब्द कमाए जिन, जीते पंच विकार। तिन संतन को बंदना, सिर चरणन पर धार। मूक उचरै शास्त्र खट, पिंग गिरन चढ़ जाए। अंध लखे बदरो सुनै, जो काल कृपा कराए। कहाँ बुद्ध प्रभ तुच्छ हमारी, बार न सकै महिमा जो तिहारी। हम ना सकत कर सिबत तुम्हारी, आप लेहो तुम कथा सदारी। एक ओंकारा सतगुरु, जेह प्रसाद सत होए। वाहिगुरु जी की फतेह है, विघ्न बनासन सोए। वाहिगुरु जी की फतेह है, विघ्न बनासन सोए। सतनाम श्री वाहिगुरु साहिब जीओ। सतनाम श्री वाहिगुरु साहिब जीओ। श्री गुरु करते बाहर को, दिए चपाक बगाए। परे जाए कर तैं कछू, सैखो तेज सथाए। श्री गुरु करते बाहर को, दिए चपाक बगाए। परे जाए कर तैं कछू, सैको तेज सथाए। वाहिगुरु जी का खालसा, वाहिगुरु जी की फतेह। जुगो जुग अटल। पतत पावन करना निधान अंतरजामी। गरीब नवाज करोड़ां खंडा ब्रह्मंडां दे मालक। राजान राज पानान भान देवान देव उपमा महान।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਹਫ਼ਤਾਵਾਰੀ ਦੇ ਪਾਵਨ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਬੇਅੰਤ ਅਣਗਿਣਤ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ। ਜਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਆਪ ਸੰਗਤਾਂ ਨੂੰ ਪ੍ਰੋਗਰਾਮ ਬਾਰੇ ਅਨਾਉਂਸਮੈਂਟ ਕੀਤੀ ਜਾਂਦੀ ਹੈ, ਇਤਲਾਹ ਦਿੱਤੀ ਜਾਂਦੀ ਹੈ, ਬਹੁਤ ਹੀ ਅਕਾਲ ਪੁਰਖ ਪਰਮਾਤਮਾ ਦੀ ਆਪ ਸੰਗਤਾਂ 'ਤੇ ਬਖਸ਼ਿਸ਼ ਕਿਰਪਾ ਹੈ, ਜੋ ਕਿ ਸੇਵਾਦਾਰਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਤਨ ਕਰਕੇ, ਮਨ ਕਰਕੇ, ਧਨ ਕਰਕੇ, ਸੇਵਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਜਿਸ ਪ੍ਰੋਗਰਾਮ ਦੀ ਬਹੁਤ ਸਖਤ ਜ਼ਰੂਰਤ ਹੈ, ਜੋ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਸਰੂਪ ਬਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਦੇ ਬਾਰੇ, ਬਾਣੀ ਅਤੇ ਬਾਣੇ ਬਾਰੇ, ਨਾਮ ਸਿਮਰਨ ਬਾਰੇ, ਸਿੱਖ ਪੰਥ ਤੇ ਸਿੱਖ ਇਤਿਹਾਸ ਦੇ ਦਿਹਾੜਿਆਂ ਦੇ ਬਾਰੇ, ਇਹ ਜੋ ਬੱਚਿਆਂ ਨੂੰ ਸਿਖਾਉਣ ਦਾ ਬਹੁਤ ਵਧੀਆ ਉਦਮ ਉਪਰਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਇਹ ਪ੍ਰਬੰਧਕਾਂ ਨੂੰ ਅਕਾਲ ਪੁਰਖ ਪਰਮਾਤਮਾ ਆਪੇ ਹੀ ਪ੍ਰੇਰਨਾ ਦਿੰਦਾ ਹੈ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਜਿੱਥੇ ਬੇਅੰਤ ਪਰਿਵਾਰ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕਰਕੇ ਆਉਂਦੇ ਹੈ, ਤੇ ਇਸੇ ਤਰ੍ਹਾਂ ਹੋਰ ਵੀ ਸਾਰੇ ਪਰਿਵਾਰਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕਰਕੇ ਗੁਰਦੁਆਰਾ ਸਾਹਿਬ ਆਈਏ। ਜੋ ਇਹ ਪ੍ਰੋਗਰਾਮ ਵਿਸ਼ੇਸ਼ ਕਰਕੇ ਬੱਚਿਆਂ ਦੇ ਵਾਸਤੇ ਉਲੀਕੇ ਜਾਂਦੇ ਹੈ, ਤੇ ਵੱਧ ਤੋਂ ਵੱਧ ਜੋ ਬੱਚੇ ਸੁਣ ਕਰਕੇ ਇਸ ਪ੍ਰੋਗਰਾਮ ਦਾ ਲਾਹਾ ਪ੍ਰਾਪਤ ਕਰ ਸਕਣ। ਨਹੀਂ ਤਾਂ ਬੱਚਿਆਂ ਨੂੰ ਕੀ, ਕਈ ਸਿਆਣਿਆਂ ਨੂੰ ਵੀ ਹੋਲੇ ਮਹੱਲੇ ਦਾ ਪਤਾ ਨਹੀਂ। ਜੋ ਖਾਲਸਾ ਜੀ ਦਾ ਸਿਰਜਣਾ ਦਿਵਸ ਹੈ, ਇਹ ਖਾਣ ਪੀਣ 'ਤੇ ਤਾਂ ਮਸ਼ਹੂਰ ਹੈ ਵੀ ਵਿਸਾਖੀ ਮਨਾਉਣੀ ਹੈ, ਪਰ ਇਸ ਦੀ ਹਕੀਕਤ ਅਟਲ ਸੱਚਾਈ ਕੀ ਹੈ ਉਸ ਤੋਂ ਜਾਣੂ ਹੋਣਾ ਵੀ ਅਤੀ ਜ਼ਰੂਰੀ ਹੈ। ਤੇ ਜਿੱਥੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮਾਂ ਦੇ ਦੀਵਾਨਾਂ ਤੱਕ ਆਪ ਸੰਗਤਾਂ ਜਿੱਥੇ ਰੱਬੀ ਬਾਣੀ ਦਾ ਜਾਪ, ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਰਾਗੀ ਸਿੰਘਾਂ ਦੀ ਰਸਨਾ ਤੋਂ ਨਿਰੋਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਗੁਰਮੁਖੋਂ ਲਾਹੇ ਪ੍ਰਾਪਤ ਕਰਦੇ, ਉੱਥੇ ਲੜੀਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਵਿਚਾਰ ਤੇ ਸ਼ਾਮਾਂ ਦੇ ਦੀਵਾਨਾਂ 'ਚ ਜੋ ਕਿ ਕੌਮ ਦੀ ਜਿੰਦ ਜਾਨ ਹੋਇਆ ਕਰਦੀ ਹੈ, ਜੋ ਇਤਿਹਾਸ ਹੁੰਦਾ ਹੈ, ਕਿਉਂਕਿ ਇਤਿਹਾਸ ਤੋਂ ਹੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ। ਛੇਵੇਂ ਪਾਤਸ਼ਾਹ ਜੀ ਨੇ ਰਵਾਬੀ, ਢਾਡੀ ਤੇ ਕਵੀਸ਼ਰਾਂ ਨੂੰ ਜੋ 12 ਸਾਈਂ ਤੇ 9 ਧੁਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੱਬੀ ਬਾਣੀ ਨੂੰ ਜੋੜਿਆ, ਤਾਤੇ ਮੈਦਾਨੇ ਜੰਗ ਦੇ ਵਿੱਚ ਜ਼ਾਲਮ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਪਣੇ ਆਪ ਨੂੰ ਕੁਰਬਾਨ ਤੇ ਤਲੀ ਤੇ ਜਾਨ ਰੱਖ ਕਰਕੇ ਮੈਦਾਨੇ ਜੰਗ 'ਚ ਜੂਝਣ ਦਾ ਜੋ ਵੀਰ ਰਸ ਹੈ, ਜੋ ਉਤਸ਼ਾਹ ਹੈ, ਇਹ ਪਾਵਨ ਪਵਿੱਤਰ ਸੂਰਮਿਆਂ ਤੇ ਸ਼ਹੀਦਾਂ ਦੇ ਇਤਿਹਾਸ ਤੋਂ ਹੀ ਸਾਨੂੰ ਸਰਵਣ ਕਰਨ ਨੂੰ ਮਿਲ ਸਕਦਾ। ਇਹ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਜੋ ਸੂਰਜ ਪ੍ਰਕਾਸ਼ ਦੇ ਕਰਤਾ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰਕੇ ਬੇਅੰਤ ਇਤਿਹਾਸ ਲਿਖਣਾ ਕੀਤਾ, ਜੋ ਸਿੱਖ ਸੰਗਤਾਂ ਸਰਵਣ ਕਰਕੇ, ਪੜ੍ਹ ਕੇ, ਇਤਿਹਾਸ ਤੋਂ ਜਾਣੂ ਹੋ ਕਰਕੇ ਫਿਰ ਆਪਣਾ ਜੀਵਨ ਸਫਲ ਕਰ ਸਕਣ। ਹੁਣ ਸਮੇਂ ਦੀ ਜ਼ਾਲਮ ਸਰਕਾਰ ਨੇ ਗੁਰਮੁਖ ਪਿਆਰੇ ਦੱਸ ਰਹੇ ਸਨ, ਅੰਮ੍ਰਿਤ ਵੇਲੇ ਵੀ ਹੁਣ ਵੀ ਦਾਸ ਤੋਂ ਪਹਿਲਾਂ ਵੀ ਜੋ ਗੁਰਸਿੱਖਾਂ ਦੇ ਉੱਤੇ
ਅੰਮ੍ਰਿਤ ਧਾਰੀ ਜੋ ਨੌਜਵਾਨ ਤਿਆਰ ਪਰ ਤਿਆਰ ਬਾਣੀ ਤੇ ਬਾਣੇ ਨਾਲ ਜੁੜੇ ਹੋਏ, ਕੇਵਲ ਤੇ ਕੇਵਲ ਇੱਕ ਧਰਮ ਦਾ ਲਿਟਰੇਚਰ ਰੱਖਣ ਕਰਕੇ ਸਮੇਂ ਦੀ ਅਦਾਲਤ ਨੇ ਤੇ ਹਕੂਮਤ ਨੇ ਐਦੀ ਕੋਝੀ ਹਰਕਤ ਕੀਤੀ ਤੇ ਪੂਰੇ ਸੰਸਾਰ ਭਰ ਦੇ ਵਿੱਚ ਉਸ ਕਾਲੀ ਕਰਤੂਤ ਦੀ ਨਿੰਦਾ ਕੀਤੀ ਜਾ ਰਹੀ ਹੈ ਜੋ ਇਨਸਾਫ ਪਸੰਦ ਹੈ। ਕੋਈ ਖਾਸ ਕਰਕੇ ਜਾਂ ਦੁਸ਼ਮਣੀ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣ ਵਾਲਾ ਗੁਰਮੁਖ ਪਿਆਰਾ ਹੈ, ਉਹਦੀ ਕਿਸੇ ਦੇ ਨਾਲ ਵੀ ਦੁਸ਼ਮਣੀ ਨਹੀਂ। ਕੇਵਲ ਤੇ ਕੇਵਲ ਹਿੰਦੂ ਹੈ ਸਭ ਅੱਛੇ, ਨਾ ਮੁਸਲਮਾਨ ਹੈ ਅੱਛੇ, ਦਿਲ ਨੇਕ ਹੈ ਜਿਸਕੇ ਬਹੀ ਇਨਸਾਨ ਅੱਛੇ ਹੈ। ਅੱਛੇ ਉਹੀ ਹੈ ਜਿਨ੍ਹਾਂ ਦੇ ਹਿਰਦੇ ਸਾਫ਼ ਹੈ, ਹਿਰਦੇ ਕਲੀਨ ਹੈ, ਸੋਚ ਪਵਿੱਤਰ ਹੈ ਤੇ ਪਰਮਾਤਮਾ ਪਰਮੇਸ਼ਰ ਦਾ ਡਰ ਅਤੇ ਭੈ ਰੱਖਣ ਵਾਲੇ ਹੈ। ਹੁਣ ਇੱਥੋਂ ਅੰਦਾਜ਼ਾ ਲਗਾਓ ਕਿ ਸਮੇਂ ਦੀਆਂ ਸਰਕਾਰਾਂ ਇੱਥੇ ਤੱਕ ਨਿੱਘਰ ਜਾਂਦੀਆਂ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕੇਵਲ ਜੇਲ੍ਹ 'ਚ ਬੰਦ ਹੀ ਨਹੀਂ ਕੀਤਾ ਤੇ ਅੱਗੇ ਚੱਕੀ ਰੱਖਤੀ ਰੱਬ ਦੇ ਮੋਹਰੇ। ਗੁਰੂ ਨਾਨਕ ਮਹਾਰਾਜ ਜੀ ਨੂੰ ਜੇਲ੍ਹ 'ਚ ਬੰਦ ਕਰਕੇ ਤੇ ਮੋਹਰੇ ਚੱਕੀ ਰੱਖ ਦਿੱਤੀ। ਸਮੇਂ ਦੀ ਹਕੂਮਤ ਦੇ ਜਰਵਾਣਿਆਂ ਨੇ ਗੁਰੂ ਨਾਨਕ ਮਹਾਰਾਜ ਦੇ ਸਿਰ ਤੇ ਭਾਰੀ ਪੰਡ ਰੱਖਤੀ ਵੀ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰਨਾ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਨਾਮ ਲੈਣ ਦੇ ਨਾਲ ਹੀ ਬਾਬਾ ਬਕਾਲਾ ਸਾਹਿਬ ਜੀ ਦਾ ਉਹ ਪਾਵਨ ਪਵਿੱਤਰ ਭੋਰਾ ਸਾਹਿਬ ਜੋ ਅੱਖਾਂ ਦੇ ਸਾਹਮਣੇ ਆ ਜਾਂਦਾ, ਜਿੱਥੇ ਲੰਮਾ ਸਮਾਂ ਇੱਕ ਤਟ ਸਮਾਧੀ ਇਸਤਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਪੜ੍ਹੀਏ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਹੈ, ਕਿੰਨਾ ਕੁ ਵੈਰਾਗ ਭਰਿਆ ਪਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਜੋ ਬਾਣੀ ਉਚਾਰੀ ਹੋਈ ਹੈ, ਉੱਥੋਂ ਅੰਦਾਜ਼ਾ ਲੱਗ ਸਕਦਾ ਵੀ ਕਿੰਨੇ ਕੁ ਵੈਰਾਗ ਦੇ ਸਾਗਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਬਿਲਕੁਲ ਸ਼ਾਂਤ ਰਹਿਣ ਵਾਲੇ। ਸਮੇਂ ਦੀ ਸਰਕਾਰ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੇ ਚਿੱਤੋਂ ਸੱਚ ਦੀ ਆਵਾਜ਼ ਨੂੰ ਖਤਮ ਕਰਨ ਵਾਸਤੇ ਬਗੈਰ ਕੁਝ ਕੀਤਿਆਂ, ਜਿੱਥੇ ਦੈਂਤ ਦਾ ਵਾਸਾ ਹੈ, ਜਿਸ ਨੇ ਹਜ਼ਾਰਾਂ ਹੀ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰਿਆ, ਪੂਰੇ ਇਲਾਕੇ ਦੇ ਵਿੱਚ ਇੰਨੀ ਦਹਿਸ਼ਤ ਹੈ ਵੀ ਉਸ ਹਵੇਲੀ ਦੇ ਨਜ਼ਦੀਕ ਰਾਤ ਨੂੰ ਕਿਸੇ ਨੇ ਕੀ ਜਾਣਾ, ਦਿਨ ਨੂੰ ਵੀ ਹਵੇਲੀ ਦੇ ਕੋਲ ਜੀ ਕੋਈ ਲੰਘਣ ਵਾਸਤੇ ਰਾਜੀ ਨਹੀਂ ਸੀ, ਕੋਈ ਹੌਸਲਾ ਨਹੀਂ ਸੀ ਕਰਦਾ। ਪਰ ਸਮੇਂ ਦੇ ਸਰਕਾਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਸ ਹਵੇਲੀ ਦੇ ਵਿੱਚ ਬੰਦ ਕਰ ਦਿੱਤਾ। ਤੇ ਕੱਲ੍ਹ ਦੇ ਇਤਿਹਾਸ 'ਚ ਆਪ ਸੰਗਤਾਂ ਨੇ ਸਰਵਣ ਕੀਤਾ ਵੀ ਦੈਂਤ ਨੂੰ ਤਾਂ ਪਛਾਣ ਹੋ ਗਈ ਵੀ ਇਹ ਰੱਬ ਹੈ। ਧਿਆਨ ਦੇਣਾ, ਜਿਹੜਾ ਦੈਂਤ ਹੈ ਉਸ ਨੇ ਤਾਂ ਪਹਿਚਾਨ ਲਿਆ ਇਹ ਖੁਦ ਖੁਦਾ ਪਰਮਾਤਮਾ ਦਾ ਰੂਪ ਹੈ, ਪਰ ਮਨੁੱਖਾਂ ਦੇ ਖੋਪਰੀ ਤੇ ਦਿਮਾਗ ਨੇ ਕੰਮ ਨਹੀਂ ਕੀਤਾ ਕਿ ਅਸੀਂ ਜਿਸ ਨੂੰ ਮਾਰ ਮਕਾਉਣ ਦੀਆਂ ਇਹ ਸੋਚਾਂ ਵਿਚਾਰਾਂ ਵਿਉਂਤਬੰਦੀਆਂ ਬਣਾ ਰਹੇ ਹਾਂ ਵੀ ਇਹ ਖੁਦ ਖੁਦਾ ਦਾ ਅਵਤਾਰ ਹੈ। ਇਹ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਇਹ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੀ ਜੋਤ ਹੈ। ਜਦੋਂ ਮੱਤ ਤੇ ਪੈਂਦਾ ਪੜਦਾ ਇਹੋ ਜਿਹੀਆਂ ਹੀ ਕਾਲੀਆਂ ਕਰਤੂਤਾਂ ਤੇ ਵੱਡਾ ਪਾਪ ਕਰਕੇ ਤੇ ਆਪਣੇ ਪਾਪ ਦੇ ਬੇੜੇ ਨੂੰ ਪੂਰਾ ਭਰ ਕੇ ਤੇ ਫਿਰ ਗੁਰਮੁਖ ਪਿਆਰਿਓ ਭਵ ਸਾਗਰ ਦੇ ਵਿੱਚ ਐਸੇ ਪਾਪੀਆਂ ਦਾ ਜੀਵਨ ਰੂਪੀ ਜੋ ਬੇੜਾ ਉਹ ਡੁੱਬਦਾ। ਸਮੇਂ ਦੀ ਸਰਕਾਰ ਇਹ ਸਮਝ ਰਹੀ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸਲਾਮ ਧਰਮ ਕਬੂਲ ਕਰਵਾ ਕੇ ਜਾਂ ਇਹਨਾਂ ਨੂੰ ਖਤਮ ਕਰਕੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਇਸਲਾਮ ਦਾ ਬੋਲਬਾਲਾ ਕਰਨਾ। ਹਕੀਕਤ ਇਹ ਹੈ ਵੀ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਦਿੱਤਾ ਤੁਰਕ ਰਾਜ ਦਾ, ਰਾਜ ਭਾਗ ਦਾ,
ਉਸ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਪ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਪਹੁੰਚੇ। ਤੇ ਜਦੋਂ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਇਸ ਦੈਂਤ ਨੇ ਦਿੱਲੀ ਦੇ ਬਾਜ਼ਾਰਾਂ 'ਚੋਂ ਫਲ ਫਰੂਟ ਮਠਿਆਈਆਂ ਇਤਆਦਿਕ ਚਰਨਾਂ 'ਚ ਗੰਨੇ ਭੇਟਾ ਕਰਕੇ ਤੇ ਖੜੋਤਾ ਰਿਹਾ ਹੱਥ ਜੋੜ ਕੇ, ਮਹਾਰਾਜ ਜੀ ਕਿਰਪਾ ਕਰੋ, ਇਹ ਤੁਸ ਸੇਵਾ ਪ੍ਰਵਾਨ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਿਮਰਤਾ ਦੇਖ ਕੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਨ ਪਾਰ ਉਤਾਰੇ, ਕੁਝ ਫਲ ਫਰੂਟ ਛਕਿਆ ਤੇ ਗੰਨੇ ਦੇ ਜੋ ਛਿੱਲੜ ਸਨ ਚੂਪ ਕੇ ਮੁਬਾਰਕ ਮੁਖ ਤੋਂ ਸਟੇ ਹੋਈਆਂ ਛਿਲਕਾਂ ਦੈਂਤ ਨੂੰ ਚੁੱਪਣ ਵਾਸਤੇ ਕਹੀਆਂ ਤੇ ਉਹ ਮੁਕਤ ਹੋ ਗਿਆ, ਉਸ ਦਾ ਪਾਰ ਉਤਾਰਾ ਹੋ ਗਿਆ। ਕੁਝ ਛਿੱਲੜਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਵੇਲੀ ਤੇ ਉੱਚੀ ਕੰਧ ਤੋਂ ਵਾਰ ਸੜ ਦਿੱਤੀਆਂ ਤੇ ਉਹ ਇੱਕ ਗੁਰਸਿੱਖ ਸੇਵਾਦਾਰ ਨੇ ਚੱਕ ਕੇ ਚੂਪ ਲਈਆਂ। ਉਸ ਨੂੰ ਪਤਾ ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਦਰ ਹੈ। ਇਹ ਦੈਂਤ ਜੋ ਵਸਤੂ ਪਦਾਰਥ ਲੈ ਕਰਕੇ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੈਂਤ ਦਾ ਭਲਾ ਕਰਨ ਵਾਸਤੇ ਸੇਵਾ ਨੂੰ ਪ੍ਰਵਾਨ ਕੀਤਾ। ਇਹ ਜੋ ਪਾਵਨ ਪਵਿੱਤਰ ਇਤਿਹਾਸ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਲਿਖ ਰਹੇ ਹਨ। ਇਸੇ ਤਰ੍ਹਾਂ ਬੇਅੰਤ ਸਿੱਖ ਸੰਗਤਾਂ ਜੋ ਪ੍ਰੇਮ ਅਤੇ ਭਾਵਨਾ ਪਿਆਰ 'ਚ ਸ਼ਰਧਾ ਚਿੱਤ ਵਿਰਤੀ ਕੇਂਦਰਿਤ ਕਰਕੇ ਸਰਵਣ ਕਰਕੇ ਇਹ ਲਾਹੇ ਪ੍ਰਾਪਤ ਕਰਦੀਆਂ। ਇਸੇ ਤਰ੍ਹਾਂ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੀ ਖੁਸ਼ੀ ਪ੍ਰਾਪਤ ਕਰੀਏ। ਦੋਹਰਾ ਸ਼੍ਰੀ ਗੁਰੂ ਕਰਤੇ ਬਹਿਰ ਕੋ ਦੀਏ ਚਪਾਕ ਬਗਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਗੰਨੇ ਚੂਪੇ ਸਨ, ਕੁਝ ਛਿੱਲੜਾਂ ਦੈਂਤ ਦੇ ਸਾਹਮਣੇ ਸੱਟ ਦਿੱਤੀਆਂ ਤੇ ਕੁਝ ਛਿੱਲੜਾਂ ਹਵੇਲੀ ਤੋਂ ਬਾਹਰ ਸੱਟ ਦੇਣੀਆਂ ਕੀਤੀਆਂ। ਤੇ ਇੱਕ ਪ੍ਰੇਮੀ ਗੁਰਸਿੱਖ ਨੇ ਉਸ ਗੰਨੇ ਦੀਆਂ ਛਿੱਲੜਾਂ ਨੂੰ ਚੂਪਣਾ ਕੀਤਾ। ਪਰੇ ਜਾਏ ਕਰ ਤੈ ਕਛੂ ਸਿੱਖ ਹੋਤੇ ਜਿਸ ਥਾਏ। ਹੁਣ ਜਿੱਥੇ ਇਹ ਸਿੱਖ ਸੇਵਾਦਾਰ ਖੜੇ ਸਨ ਉੱਥੇ ਜਦੋਂ ਛਿੱਲੜਾਂ ਡਿੱਗੀਆਂ ਹਵੇਲੀ ਦੇ ਅੰਦਰੋਂ ਬਾਹਰ, ਇੱਕ ਸਿੱਖ ਨੇ ਲੈ ਕਰ ਮੁਖ ਪਾਇਓ। ਹੁਣ ਇੱਕ ਸਿੱਖ ਜਿਸ ਨੇ ਇਹ ਸੋਚਿਆ ਵੀ ਇਹ ਸੀਤ ਪ੍ਰਸ਼ਾਦ ਹੈ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੰਨੇ ਸਵੀਕਾਰ ਚੂਪ ਕੇ ਇਹ ਛਿੱਲੜਾਂ ਸਟੀਆਂ। ਉਹਨਾਂ ਨੇ ਇਹ ਛਿੱਲੜਾਂ ਉਠਾ ਕਰਕੇ ਆਪਣੇ ਮੂੰਹ 'ਚ ਪਾਉਣੀਆਂ ਕੀਤੀਆਂ। ਚੂਪਤ ਭਇਓ ਸਵਾਦ ਰਸ ਆਇਓ। ਕਹਿੰਦੇ ਜਦੋਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖ ਤੋਂ ਜੋ ਛਿੱਲੜ ਬਾਹਰ ਆਈ ਸੀ ਸੀਤ ਪ੍ਰਸ਼ਾਦ ਦੇ ਰੂਪ 'ਚ, ਜਦੋਂ ਉਸ ਸਿੱਖ ਨੇ ਆਪਣੇ ਮੂੰਹ ਦੇ ਵਿੱਚ ਇਹ ਪੰਛੀ ਜੋ ਛਿੱਲੜ ਹੈ ਉਹ ਚੂਸਣੀ ਕੀਤੀ ਤਾਂ ਇਹੋ ਜਿਹਾ ਅਵਗਤ ਸਵਾਦ ਤੇ ਰਸ ਪ੍ਰਾਪਤ ਹੋਇਆ ਜੋ ਕਹਿਣੇ ਕਥਨੇ ਤੋਂ ਪਰੇ ਸੀ। ਗੁਰੂ ਚਸ਼ਟ ਕੋ ਕਰਿਓ ਆਹਾਰਾ। ਤੇ ਉਸ ਨੇ ਜਾਣਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਆਹਾਰ ਕੁਝ ਛਕ ਕੇ ਸਟਣੀਆਂ ਕੀਤੀਆਂ। ਸ਼ਕਤ ਸਹਿਤ ਪਾਤਾ ਤਸ਼ਨ ਭਾਰਾ। ਹੁਣ ਉਹਦੇ ਵਿੱਚੋਂ ਇੰਨੀ ਸ਼ਕਤੀ ਉਸ ਗੁਰਸਿੱਖ ਦੇ ਸਰੀਰ ਦੇ ਵਿੱਚ ਆ ਗਈ ਕਿ ਉਹ ਸੰਭਾਲੀ ਨਾ ਜਾਵੇ। ਉਹ ਆਪ ਬਿਸਮਾਦ ਦੇ ਵਿੱਚ ਚਲ ਗਿਆ ਕਿ ਐਡੀ ਵੱਡੀ ਤਾਕਤ ਐਡੀ ਵੱਡੀ ਸ਼ਕਤੀ ਪਤਾ ਨਹੀਂ ਕਿੱਧਰੋਂ ਆ ਗਈ ਹੈ ਮੇਰੇ ਸਰੀਰ 'ਚ। ਅਹੰਕਾਰ ਅਧਿਕ ਔਰ ਫੁੱਲਾ। ਹੁਣ ਨਾਲੇ ਇਹ ਹੰਕਾਰ ਆ ਗਿਆ, ਇਹ ਯਾਦ ਭੁੱਲ ਗਿਆ। ਇਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਤ ਪ੍ਰਸ਼ਾਦ ਹੋਣ ਕਰਕੇ ਮੇਰੇ ਸਰੀਰ 'ਚ ਐਡਾ ਭਾਰੀ ਬਲ ਆਇਆ, ਪਰ ਉਹ ਸਮਝ ਨਾ ਸਕਿਆ ਵੀ ਸੀਤ ਪ੍ਰਸ਼ਾਦ ਕਰਕੇ ਐਨੀ ਤਾਕਤ ਆਈ ਹੈ ਤੇ ਹੰਕਾਰ ਕਰ ਬੈਠਾ ਵਿਧੀ ਚੰਦ ਤੇ ਪੈਂਦੇ ਖਾਨ ਵਾਂਗੂ। ਜਾਨਤ ਭਇਓ ਨਾ ਕੋ ਮਮ ਤੁਲਾ। ਹੁਣ ਇਸ ਤਰ੍ਹਾਂ ਸੋਚਣ ਲੱਗ ਪਿਆ ਕਿ ਜਿੰਨੀ ਮੇਰੇ ਸਰੀਰ ਦੇ ਵਿੱਚ ਤਾਕਤ ਹੈ ਇਹ ਤਾਂ ਕਿਸੇ ਦੇ ਸਰੀਰ 'ਚ ਵੀ ਇੰਨੀ ਤਾਕਤ ਨਹੀਂ ਹੈ। ਇਸੀ ਪ੍ਰਕਾਰ ਭਈ ਪਨਸਾਰ। ਹੁਣ ਜਦੋਂ ਉਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਵੀ ਐਡੀ ਵੱਡੀ ਤਾਕਤ ਮੇਰੇ ਵਿੱਚ ਆ ਗਈ ਹੈ, ਸੂਰਜ ਉਦਿਓ ਮਿਟਿਓ ਅੰਧਕਾਰ। ਉਧਰ ਰਾਤ ਖਤਮ ਹੋ ਗਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਆਰਾਮ ਕਰ ਲਿਆ
ਤੇ ਦਿਨ ਚੜ ਗਿਆ, ਭਾਵ ਸੂਰਜ ਨੇ ਦਰਸ਼ਨ ਦੇ ਦੇਣੇ ਕੀਤੇ। ਤਬ ਤੁਰਕੇਸ਼ਰ ਕੇ ਨਰ ਆਏ। ਹੁਣ ਜਦੋਂ ਗੁਰਮੁਖ ਪਿਆਰਿਓ ਇਹ ਜੋ ਤੁਰਕਾਂ ਦਾ ਬਾਦਸ਼ਾਹ ਸੀ, ਇਹ ਹਵੇਲੀ ਪਹੁੰਚਣਾ ਕੀਤਾ, ਇਸ ਆਸ ਰੱਖ ਕੇ ਆਇਆ ਵੀ ਦੈਂਤ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰ ਮੁਕਾ ਦਿੱਤਾ ਹੋਣਾ ਹੈ। ਸ਼ਾਂਤ ਰੂਪ ਸਤਿਗੁਰੂ ਜਿਸ ਥਾਏ। ਹੁਣ ਜਦੋਂ ਦੇਖਿਆ ਕਿ ਬਿਲਕੁਲ ਅਡੋਲ ਸਮਾਧੀ ਦੇ ਵਿੱਚ ਸਤ ਚਿੱਤ ਆਨੰਦ ਪੂਰੇ ਸ਼ਾਂਤ ਸਮਾਧੀ ਲੱਗੀ ਹੋਈ, ਗੁਰੂ ਤੇਗ ਬਹਾਦਰ ਮਹਾਰਾਜ ਦੇ ਨੈਣ ਮੁੰਦੇ ਹੋਏ ਤੇ ਵਿਰਤੀ ਟਿਕੀ ਹੋਈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ 'ਚ ਸਰੀਰ 'ਚ ਸਵਾਸ ਚੱਲਦੇ ਜਦੋਂ ਤੁਰਕ ਬਾਦਸ਼ਾਹ ਨੇ ਦੇਖੇ, ਨਹੀਂ ਪ੍ਰੇਤ ਨੇ ਕਛੂ ਵਿਗਾਰਾ। ਕਹਿੰਦੇ ਵੀ ਪ੍ਰੇਤ ਨੇ ਤਾਂ ਇਹਨਾਂ ਦਾ ਕੁਛ ਵੀ ਨਹੀਂ ਵਿਗਾੜਿਆ। ਹਵੇਲੀ ਦੇ ਲਾਗੇ ਜੇ ਕੋਈ ਲੰਘ ਜਾਵੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ, ਐਨਾ ਭਿਆਨਕ ਇਹ ਦੈਂਤ ਹੈ। ਹਵੇਲੀ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਾਤ ਨਿਕਲ ਗਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੀਰ ਦਾ ਕੋਈ ਨੁਕਸਾਨ ਦਿਖ ਨਹੀਂ ਰਿਹਾ। ਨਹੀਂ ਤਰਸੇ ਬੈਠੇ ਸੁਖ ਭਾਰਾ। ਕਹਿੰਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਇੱਕ ਛਿਨ ਮਾਤਰ ਵੀ ਡਰੇ ਨਹੀਂ, ਕਿਸੇ ਵੀ ਪ੍ਰਕਾਰ ਦਾ ਡਰ ਅਤੇ ਭੈ ਨਹੀਂ। ਇਹ ਤਾਂ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਅਡੋਲ ਅਵਸਥਾ ਨੂੰ ਪ੍ਰਾਪਤ ਕਰਕੇ ਬੈਠੇ ਹਨ ਗੁਰਦੇਵ ਜੀ। ਸੁਨ ਗੁਰੂ ਕਾਰਨ ਕਰੇ। ਹੁਣ ਇਸ ਤਰ੍ਹਾਂ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਬਾਰਕ ਰਸਨਾ ਤੋਂ ਬਚਨ ਕੀਤੇ। ਤੁਰਕੇਸ਼ਰ ਨੇ ਔਰ ਹਠ ਧਰੇ। ਕਹਿੰਦੇ ਉਧਰ ਤੁਰਕ ਦੇ ਜਿਹੜਾ ਬਾਦਸ਼ਾਹ ਸੀ, ਇਸ ਨੇ ਵੀ ਪੂਰਾ ਹੱਠ ਧਾਰਿਆ ਹੋਇਆ ਤੇ ਪੱਥਰ ਦਿਲ ਬਣਿਆ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਨੁਕਸਾਨ ਦੇ ਵਾਸਤੇ। ਨਿਕਸੇ ਭਵਨ ਵਿਖੈ ਤੇ ਜਵੈ। ਤੇ ਉਸ ਬਾਦਸ਼ਾਹ ਨੇ ਕਹਿਣਾ ਕੀਤਾ ਵੀ ਹੁਣ ਹਵੇਲੀ ਤੋਂ ਬਾਹਰ ਚਲੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਡੋਲ ਹੀ ਅੰਦਰੋਂ ਜੁੜੇ ਹੋਏ ਪਰਮ ਸ਼ਕਤੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਤੇ ਹਵੇਲੀ ਤੋਂ ਗੁਰਮੁਖ ਪਿਆਰਿਓ ਬਾਹਰ ਆ ਗਏ। ਮਿਲੇ ਸਿੱਖ ਸੰਗੀ ਜੇ ਤਬੈ। ਹੁਣ ਜਿੱਥੇ ਬਾਹਰ ਪਹਿਰੇਦਾਰ ਹੋਰ ਸਾਵਧਾਨ ਹੋ ਕੇ ਖੜੋ ਗਏ ਵੀ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੱਠ ਨਾ ਜਾਣ, ਉੱਥੇ ਜੋ ਸੇਵਾਦਾਰ ਸਿੱਖ ਸੰਗਤਾਂ ਜੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਤੜਫਦੀਆਂ ਸੀ, ਤੇ ਇੱਕ ਜਿਹੜਾ ਸਿੱਖ ਸੇਵਾਦਾਰ ਜਿਸ ਨੇ ਸੀਤ ਪ੍ਰਸਾਦ ਗੰਨੇ ਦੇ ਛਿਲਕ ਗੁਰੂ ਤੇਗ ਬਹਾਦਰ ਮਹਾਰਾਜ ਦੇ ਚੂਪੇ ਹੋਏ ਚੂਪੇ ਸੀ, ਤੇ ਐਡੀ ਵੱਡੀ ਤਾਕਤ ਉਸਨੇ ਆਪਣੇ ਆਪ ਦੇ ਵਿੱਚ ਮਹਿਸੂਸ ਕੀਤੀ। ਬੰਦਨ ਕੀਨ ਚਰਨ ਸਿਰ ਧਰ ਕੇ। ਹੁਣ ਸਾਰਿਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਤੇ ਜਿਹਨੇ ਛਿਲਕੇ ਝੂਠੇ ਚੂਪੇ ਸੀ ਉਸ ਨੇ ਵੀ ਮੱਥਾ ਟੇਕਿਆ ਤੇ ਬੰਦਨਾ ਕੀਤੀ। ਬੋਲਿਓ ਦਵੈ ਕਰ ਜੋਰਨ ਕਰਕੇ। ਉਸ ਨੇ ਦੋਨੋਂ ਹੱਥ ਜੋੜ ਕੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੁਛ ਕਹਿ ਰਿਹਾ ਹੈ। ਸ੍ਰੀ ਸਤਿਗੁਰ ਕਿਉਂ ਸੰਕਟ ਕਹੀਐ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਐਡਾ ਵੱਡਾ ਸੰਕਟ ਕਿਉਂ ਤੁਸੀਂ ਸਹਿਣਾ? ਰਾਤ ਤੁਸੀਂ ਇਸ ਹਵੇਲੀ ਦੇ ਵਿੱਚ ਰਹੇ, ਇਹ ਹੁਣ ਵੀ ਆਪ ਜੀ ਨੂੰ ਪਕੜ ਕੇ ਲੈ ਕਰਕੇ ਜਾ ਰਹੇ, ਪਤਾ ਨਹੀਂ ਕਿੰਨੇ ਕੁ ਤਸੀਹੇ ਆਪ ਜੀ ਨੂੰ ਦੇਣਗੇ। ਉਹ ਕੋ ਨੈਣ ਸਹਿਨ ਸੋ ਕਹੀਐ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਬੋਲਣ ਦੀ ਜ਼ਰੂਰਤ ਨਹੀਂ, ਅੱਖਾਂ ਦੇ ਨਾਲ ਹੀ ਮੈਨੂੰ ਇਸ਼ਾਰਾ ਕਰ ਦਿਓ, ਕਿਉਂਕਿ ਸੀਤ ਪ੍ਰਸਾਦ ਛਕਣ ਦੇ ਨਾਲ ਇੰਨਾ ਬਲ ਉਸ ਗੁਰਸਿੱਖ ਦੇ ਸਰੀਰ ਦੇ ਵਿੱਚ ਆ ਗਿਆ। ਮੈਂ ਸਮਰੱਥ ਹਾਂ ਸਗਰੀ ਭਾਂਤ। ਗਰੀਬ ਨਵਾਜ ਜੀ, ਮੇਰੇ ਸਰੀਰ 'ਚ ਬਹੁਤ ਵੱਡਾ ਬਲ ਹੈ, ਜੋ ਤੁਸੀਂ ਹੁਕਮ ਤੇ ਇਸ਼ਾਰਾ ਕਰੋਗੇ ਨਾ, ਮੈਂ ਤਤ ਛਿਨ ਇੱਕ ਛਿਨ ਦੇ ਵਿੱਚ ਉਹ ਕੰਮ ਕਰ ਦੂੰਗਾ, ਬਸ ਕਿਰਪਾ ਕਰ ਦਿਓ, ਇਸ਼ਾਰਾ ਕਰ ਦਿਓ ਮੈਨੂੰ। ਚਾਹੋ ਸੋ ਕਰੋ ਪਿਖੋ ਸੁਖਿਆਤ। ਕਹਿੰਦੇ ਜੋ ਇਸ਼ਾਰਾ ਕਰੋਗੇ ਮੈਂ ਸਮਝ ਲਊਂਗਾ ਤੇ ਉਸੇ ਵੇਲੇ ਕਰ ਦਊਂਗਾ ਬਗੈਰ ਦੇਰੀ ਤੋਂ, ਇਹ ਤੁਸੀਂ ਸਾਹਮਣੇ ਦੇਖ ਲੈਣਾ। 100,000 ਲੱਖਨ ਕਿਆ ਗਨਾ। ਕਹਿੰਦੇ ਹਜ਼ਾਰ ਕੀ ਲੱਖਾਂ ਕੀ, ਇਹ ਜੋ ਤੁਰਕ ਹੈ ਜਿਹੜੇ ਆਪ ਜੀ ਨੂੰ ਖਤਮ ਕਰਨਾ ਚਾਹੁੰਦੇ ਹਨ। ਤੁਰਕ ਤੁਰਕ ਪਤ ਜੁਤ ਸਭ ਹਨਾ। ਕਹਿੰਦੇ ਇਹਨਾਂ ਨੂੰ ਲੱਭ ਕੇ ਨਾ ਤੇ ਇਹਨਾਂ ਦੀਆਂ ਜੜ੍ਹਾਂ ਪੱਟ ਕੇ ਮੈਂ ਸੱਟ ਦੇਵਾਂਗਾ, ਜਿਸ ਤਰ੍ਹਾਂ ਦੈਂਤ ਨੇ ਆਗਿਆ ਮੰਗੀ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚੋਂ। ਹੁਣ ਸਿੱਖ ਨੇ ਸੀਤ ਪ੍ਰਸਾਦ ਛਕਿਆ
ਐਡਾ ਭਾਰੀ ਬਲ ਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦੇ ਵੀ ਦੁਨੀਆ ਤੇ ਹਿੰਦੁਸਤਾਨ ਤੇ ਜਿੱਥੇ ਜਿੱਥੇ ਤੁਰਕ ਦੀ ਜੜ ਹੈ, ਤੁਰਕਾਂ ਦੇ ਟੱਬਰਾਂ ਦੇ ਟੱਬਰ ਹੈ, ਕਹਿੰਦੇ ਮਾਰ ਮੁਕਾ ਦੂੰਗਾ। ਤੁਸੀਂ ਕਿਰਪਾ ਕਰਕੇ ਇੱਕ ਇਸ਼ਾਰਾ ਕਰ ਦਿਓ ਅੱਖ ਦਾ। ਬਾਕੀ ਸੰਤਤ ਰਹੇ ਨਾ ਜੈਸੇ, ਕਹਿੰਦੇ ਇਹਨਾਂ ਦੀ ਜੋ ਬਾਕੀ ਸੰਤਾਨ ਹੈ ਉਹ ਮੈਂ ਸਭ ਕੁਝ ਨਾਮੋ ਨਿਸ਼ਾਨੇ ਖਤਮ ਕਰ ਦੇਣਾ। ਇਸ ਧਰਤੀ ਤੋਂ ਤੁਰਕਾਂ ਦਾ ਪੂਰਾ ਨਾਸ਼ ਹੀ ਕਰ ਦੇਣਾ। ਬਸ ਤੁਸੀਂ ਇਸ਼ਾਰਾ ਕਰ ਦਿਓ। ਮੈਂ ਕਰ ਕਰਮ ਦਿਖਾਵੋ ਐਸੇ। ਮਹਾਰਾਜ ਜੀ ਤੁਸੀਂ ਇਸ਼ਾਰਾ ਕਰੋ, ਜੋ ਮੈਂ ਬੋਲ ਰਿਹਾ ਇਹ ਮੈਂ ਕਰਕੇ ਦਿਖਾਵਾਂਗਾ ਆਪ ਜੀਆਂ ਨੂੰ। ਇਹ ਮੈਂ ਜੇ ਵਿਲੰਬ ਕਛ ਲਹਾ, ਕਹਿੰਦੇ ਥੋੜੀ ਵੀ ਮੈਂ ਦੇਰੀ ਕੀਤੀ ਨਾ, ਥੋੜਾ ਸਮਾਂ ਵੀ ਮੈਂ ਲਗਾਇਆ, ਮੈਨੂੰ ਜੋ ਤੁਹਾਡਾ ਦਿਲ ਕਰਦਾ ਸਜ਼ਾ ਦਿਓ। ਹੁਣ ਤਾਕਤ ਤੇ ਸੀਤ ਪ੍ਰਸਾਦ ਦੀ ਐਨੀ ਆ ਗਈ ਉਸ ਸੇਵਕ ਦੇ ਸਰੀਰ ਦੇ ਵਿੱਚ। ਅਪਰ ਕਰੋ ਜੇ ਆਇਸ ਕਹਾ, ਕਹਿੰਦੇ ਮਹਾਰਾਜ ਜੀ ਜੋ ਤੁਸੀਂ ਇਸ਼ਾਰਾ ਕਰੋ, ਜੇ ਮੈਂ ਨਾ ਕਰਾਂ ਫਿਰ ਜੋ ਮਰਜ਼ੀ ਮੈਨੂੰ ਕਹਿਣਾ ਕਰਿਓ। ਦਿੱਲੀ ਅਰਲਾ ਪਰਵੰਡ ਖਾਨਾ, ਕਹਿੰਦੇ ਦਿੱਲੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਇਹ ਜੋ ਵੱਡੇ ਵੱਡੇ ਖਾਨਦਾਨ ਆ ਨਾ ਤੁਰਕਾਂ ਦੇ, ਇਹਨਾਂ ਦੇ ਪੂਰਾ ਖਾਨਦਾਨ ਕੁੱਲ ਹੀ ਮੈਂ ਨਾਸ ਕਰ ਦੂੰਗਾ। ਜਨ ਮੈਂ ਤੁਰਕਨ ਜੋਰ ਮਹਾਨਾ, ਕਹਿੰਦੇ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਤੁਰਕਾਂ ਦਾ ਬਹੁਤ ਵੱਡਾ ਜ਼ੋਰ ਹੈ, ਮੈਂ ਮਲੀਆ ਮੇਟ ਤੇ ਮਿੱਟੀ 'ਚ ਮਿਲਾ ਦੂੰਗਾ ਇਹਨਾਂ ਦਾ ਸਾਰਾ ਖਾਨਦਾਨ। ਇਸਤਰੀ ਆਦ ਸੁਤਾ ਸੁਤ ਸਾਰੇ, ਇਹਨਾਂ ਦੀਆਂ ਜਿਹੜੀਆਂ ਇਸਤਰੀਆਂ ਘਰ ਵਾਲੀਆਂ, ਇਹਨਾਂ ਦੇ ਪੁੱਤਰ ਪੁੱਤਰੀਆਂ, ਜੋ ਕੁਛ ਵੀ ਸਾਰਾ ਪਰਿਵਾਰ ਹੈ। ਬਸੇ ਮਲੇਸ਼ ਸਹਿਤ ਪਰਵਾਰੇ, ਕਹਿੰਦੇ ਇਹ ਜਿਹੜੇ ਮਲੇਸ਼ ਆਪਣੇ ਪਰਿਵਾਰਾਂ ਦੇ ਸਮੇਤ ਜਿੱਥੇ ਜਿੱਥੇ ਵੀ ਰਹਿ ਰਹੇ ਹਨ, ਦੋਨੋਂ ਨਗਰਨ ਕੀ ਸ਼ਿਤ ਜੇਤੀ। ਕਹਿੰਦੇ ਲਾਹੌਰ ਤੇ ਦਿੱਲੀ ਦੇ ਵਿੱਚ ਤਾਂ ਇਹ ਪੱਕਾ ਜਾਣ ਲੈਣਾ ਕਰੋ। ਆਪਣੇ ਹਾਥ ਉਠਾਵੋ ਤੇਤੀ, ਕਹਿੰਦੇ ਬਸ ਵੀ ਮੈਂ ਆਪਣੀ ਤਾਕਤ ਦੇ ਨਾਲ ਇਹਨਾਂ ਨੂੰ ਖਤਮ ਕਰ ਦੂੰਗਾ। ਤੁਸੀਂ ਕਿਰਪਾ ਕਰਕੇ ਕੇਵਲ ਤੇ ਕੇਵਲ ਇਸ਼ਾਰਾ ਕਰ ਦੇਣਾ ਕਰੋ ਮੈਨੂੰ। ਬੜੇ ਵੇਗ ਸੋ ਇਨ ਟਕਰਾਏ, ਇਹ ਕਹਿੰਦੇ ਜੋ ਬਹੁਤ ਵੱਡੇ ਆਪਣੇ ਆਪ ਨੂੰ ਅਖਵਾਉਂਦੇ ਆ ਨਾ, ਤੇ ਇਹਨਾਂ ਨੂੰ ਐਸੀ ਮੈਂ ਸਜ਼ਾ ਦੇਣਾ ਕਰਾਂਗਾ। ਭਗਨ ਕਰੋ ਮੰਦਰ ਸਮੁਦਾਏ, ਕਹਿੰਦੇ ਇਹਨਾਂ ਦੇ ਵੱਡੀਆਂ ਵੱਡੀਆਂ ਹਵੇਲੀਆਂ, ਵੱਡੇ ਵੱਡੇ ਮਹਿਲ, ਵੱਡੇ ਵੱਡੇ ਜਿਹੜੇ ਘਰ ਹੈ ਤੇ ਇਹਨਾਂ ਦੇ ਰਾਜ ਮਹਿਲ ਹੈ, ਸਾਰੇ ਖਤਮ ਕਰ ਦੇਵਾਂਗਾ ਮਹਾਰਾਜ ਜੀ। ਹੁਣ ਆਉਂਦੇ ਕਰ ਦੇਵੋ ਗੇਰ, ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਦੇ ਘਰ ਵਾਰ ਪੁੱਠੇ ਕਰ ਦੇਵਾਂਗਾ। ਨੀਆਂ ਤੋਂ ਇਹਨਾਂ ਦੇ ਘਰ ਰਹਿਣ ਬਸੇਰੇ ਖਤਮ ਕਰ ਦੇਵਾਂਗਾ। ਜਸਤੇ ਦੁਸ਼ਟ ਨਾ ਉਕਸੇ ਫੇਰ, ਕਹਿੰਦੇ ਮੁੜ ਕੇ ਇਹ ਜਿਹੜੇ ਦੁਸ਼ਟ ਹੈ ਇਹ ਮੂੰਹ ਨਹੀਂ ਕੱਢਣਗੇ, ਹੀਆ ਨਹੀਂ ਕਰਨਗੇ। ਆਪ ਵਰਗੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਅਵਤਾਰਾਂ ਤੇ ਕਿਸੇ ਵੀ ਪ੍ਰਕਾਰ ਦਾ ਜ਼ੁਲਮ ਕਰਨ ਦਾ ਇਹਨਾਂ ਦੇ ਹਿਰਦਿਆਂ 'ਚ ਹੀਆ ਨਹੀਂ ਪਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਬਿਲਕੁਲ ਸ਼ਾਂਤ, ਤੇ ਇਹ ਗੁਰਸਿੱਖ ਪਿਆਰਾ ਜੋ ਇਹਦੇ ਮਨ 'ਚ ਆ ਰਿਹਾ ਨਾ ਬਸ ਬੋਲੀ ਜਾ ਰਿਹਾ। ਹੁਣ ਪਹਿਰੇਦਾਰ ਵੀ ਸੁਣ ਰਹੇ ਆ, ਇਹ ਬਾਦਸ਼ਾਹ ਵੀ ਸੁਣ ਰਿਹਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਸੁਣ ਰਹੇ ਆ, ਹੋਰ ਜਿਹੜੇ ਸੇਵਾਦਾਰ ਉਹ ਵੀ ਸੁਣ ਰਹੇ ਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਨੇ ਸਾਡੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਝੂਠੇ ਛਿਲਕ ਝੂਪੇ ਆ। ਉਹ ਸੀਤ ਪ੍ਰਸਾਦ ਕਰਕੇ ਇਹਦੇ ਵਿੱਚ ਤਾਕਤ ਆ ਗਈ। ਇਸ ਨੇ ਉਸ ਤਾਕਤ ਨੂੰ ਆਪਣੀ ਤਾਕਤ ਸਮਝ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿ ਰਿਹਾ ਹੁਣ ਮੈਂ ਆਹ ਕਰ ਦੂੰਗਾ, ਮੈਂ ਆਹ ਕਰ ਦੂੰਗਾ। ਐਸਾ ਇਹ ਹੰਕਾਰ ਦੇ ਵਿੱਚ ਬੋਲ ਰਿਹਾ। ਜਿਹੜੇ ਸਿਆਣੇ ਸਿੱਖ ਹੈ ਉਹ ਸਮਝ ਗਏ, ਪਰ ਉਹ ਬਿਲਕੁਲ ਚੁੱਪ ਹੈ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪੇ ਕਿਰਪਾ ਕਰਕੇ ਇਸ ਦਾ ਹੰਕਾਰ ਦੂਰ ਕਰ ਦੇਣਾ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੌਤਕ ਤੇ ਇਹ ਲੀਲਾ ਹੈ। ਵਿਦਿਆਦਕ ਹੈ ਸ਼ਕਤ ਵਿਸਾਲਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਐਡੀ ਵੱਡੀ ਮੇਰੇ ਸਰੀਰ ਦੇ ਵਿੱਚ ਤਾਕਤ ਆ ਚੁੱਕੀ ਹੈ। ਆਪ ਕੀਜੇ ਇਸ ਕਾਲਾ, ਕਹਿੰਦੇ ਆਪ ਕਿਰਪਾ ਕਰਕੇ ਬਸ ਇੱਕ ਮੈਨੂੰ ਬਚਨ ਦੇ ਦਿਓ, ਇੱਕ ਇਸ਼ਾਰਾ ਦੇ ਦਿਓ, ਇੱਕ ਆਗਿਆ ਕਰ ਦਿਓ, ਫਿਰ ਮੈਂ ਮਿੰਟਾਂ ਸਕਿੰਟਾਂ ਦੇ ਵਿੱਚ ਸਭ ਕੁਝ ਕਰ ਦੇਵਾਂਗਾ। ਰਾਵਰ ਕੇਰ ਅਨਾਦਰ ਕਰੀ, ਕਹਿੰਦੇ ਇਹ ਆਪ ਜੀ ਦਾ ਅਨਾਦਰ ਕਰਨਾ ਚਾਹੁੰਦੇ ਆ, ਆਪ ਜੀ ਦੇ ਸਰੀਰ ਦਾ ਨੁਕਸਾਨ ਕਰਨਾ ਚਾਹੁੰਦੇ ਆ,
ਆਪ ਜੀ ਨੂੰ ਮਾਰਨ ਵਾਸਤੇ ਇਸ ਹਵੇਲੀ ਦੇ ਵਿੱਚ ਇਹਨਾਂ ਨੇ ਬੰਦ ਕਰ ਦਿੱਤਾ ਹੈ। ਤੁਰਕ ਮੰਦ ਮਤ ਕੁਛ ਨਾ ਵਿਚਰਈ। ਕਹਿੰਦੇ ਇਹ ਜਿਹੜੇ ਤੁਰਕਾਂ ਦੀ ਜਿਹੜੀ ਬੁੱਧੀ ਹੈ ਇਹਨਾਂ ਦੇ ਮੱਤ ਤੇ ਪੜਦਾ ਪੈ ਗਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਸੱਚ ਦੀ ਆਵਾਜ਼ ਨੂੰ ਕੋਈ ਬੰਦ ਨਹੀਂ ਕਰ ਸਕਦਾ। ਸੱਚ ਦੀ ਜਿਹੜੀ ਆਵਾਜ਼ ਹੈ ਹਮੇਸ਼ਾ ਹੀ ਬੁਲੰਦ ਰਹਿੰਦੀ ਹੈ। ਕੁਝ ਸਮੇਂ ਦੇ ਵਾਸਤੇ ਭਾਵੇਂ ਜ਼ਾਲਮ ਸਰਕਾਰਾਂ ਵੱਲੋਂ ਦੁੱਖ ਤਸੀਹੇ ਤੇ ਪੂਰਾ ਜ਼ੋਰ ਲਾ ਕਰਕੇ ਇਹ ਮੱਧਮ ਪੈ ਸਕਦੀ ਹੈ, ਪਰ ਔੜਕ ਜੋ ਜਿੱਤ ਹੈ ਉਹ ਸੱਚ ਦੀ ਹੁੰਦੀ ਹੈ। ਚੌਕੀਦਾਰ ਖਰੇ ਚੋ ਪਾਸੇ। ਹੁਣ ਚਾਰ ਚਫੇਰੇ ਗੁਰਮੁਖ ਪਿਆਰਿਓ ਉਹ ਜੋ ਪਹਿਰੇਦਾਰ ਹੈ ਇਹ ਖੜੋਤੇ ਦੇਖ ਰਹੇ ਹਨ। ਕੈਦ ਕਰਿਓ ਚਾਹਤ ਦੁਖ ਰਾਸੇ। ਕਹਿੰਦੇ ਇਹ ਆਪ ਜੀ ਨੂੰ ਕੈਦ ਕਰਕੇ ਤੇ ਪਹਿਰੇਦਾਰ ਬਹੁਤ ਸਾਵਧਾਨੀ ਤੇ ਕਰੜਾਈ ਦੇ ਨਾਲ ਪਹਿਰਾ ਦੇ ਰਹੇ ਹਨ। ਐਂਤੇ ਕਿਉਂ ਸਹੀਏ ਅਪਮਾਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਕੀ ਲੋੜ ਪਈ ਹੈ, ਆਪ ਜੀ ਨੂੰ ਕੀ ਜ਼ਰੂਰਤ ਹੈ। ਇਹਨਾਂ ਦੇ ਮਨ ਦੇ ਵਿੱਚ ਜੋ ਆਉਂਦਾ ਉਹ ਆਪ ਜੀ ਦੇ ਸ਼ਾਨ ਦੇ ਵਰਖਲਾਫ ਸਾਤੋਂ ਉਹ ਬੋਲ ਸੁਣੇ ਨਹੀਂ ਜਾਂਦੇ। ਇਹਨਾਂ ਦੀ ਜ਼ਰੂਰਤ ਕੀ ਆ ਕਿ ਇਸ ਜਿਹੜੇ ਪਹਿਰੇਦਾਰ ਹੈ ਇਹ ਸਿਪਾਹੀ ਆ ਜ਼ਾਲਮ ਸਰਕਾਰ ਦੇ ਅਹਿਦੀਏ ਅਹਿਲਕਾਰ ਇਹ ਆਪ ਜੀ ਨੂੰ ਕੁਝ ਕਹਿ ਦੇਣ। ਐਸੀ ਕਰੋ ਪਰੇ ਭਗਿਆਨ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਕਲਾ ਵਰਤੇਗੀ, ਆਪ ਕਿਰਪਾ ਤਾਂ ਕਰੋ। ਐਮ ਸਿੱਖ ਤੇ ਸੁਣ ਕਰ ਮੁਸਕਾਏ। ਹੁਣ ਜਦੋਂ ਸਾਰੀਆਂ ਗੱਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਿਲਕੁਲ ਸ਼ਾਂਤ ਚਿੱਤ ਸੁਣ ਰਹੀਆਂ ਤੇ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੁਬਾਰਕ ਰਸਨਾ ਤੋਂ ਇਸ ਨੂੰ ਹੁਣ ਕਹਿਣ ਲੱਗੇ ਆ ਹਕੀਕਤ ਤੇ ਸਚਾਈ। ਇਹ ਹੁਣ ਪੜਦਾ ਚੱਕਣ ਲੱਗੇ ਆ ਵੀ ਤੂੰ ਸਭ ਕੁਝ ਹੰਕਾਰ ਦੇ ਵਿੱਚ ਬੋਲ ਰਿਹਾ। ਆ ਦੇਖ ਹੁਣ ਤੇਰੀ ਸ਼ਕਤੀ ਤੇ ਤੇਰਾ ਬਲ, ਜਿਸ ਤਾਕਤ ਨੂੰ ਪ੍ਰਾਪਤ ਕਰਕੇ ਤੂੰ ਬੋਲ ਰਿਹਾ, ਹੁਣ ਇਹ ਤਾਕਤ ਤੇ ਬਲ ਕਿੱਥੇ ਗਈ ਹੈ। ਗਹੀ ਬਾਹੋਂ ਗੁਰੂ ਹੱਥ ਦਵਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਸਿੱਖ ਦੀ ਗੁਰਮੁਖ ਪਿਆਰਿਓ ਬਾਂਹ ਪਕੜਨੀ ਕੀਤੀ ਤੇ ਅਡੋਲ ਹੀ ਦਵਾ ਦੇਣੀ ਕੀਤੀ ਥੋੜੀ ਜਹੀ। ਐਂਚਨ ਕੀਨ ਸ਼ਕਤ ਜੇ ਭਈ। ਇਸ ਤਰ੍ਹਾਂ ਹੋਇਆ ਵੀ ਸਾਰੀ ਜਿਹੜੀ ਤਾਕਤ ਆਈ ਸੀ ਨਾ ਸੀਤ ਪ੍ਰਸਾਦ ਦੇ ਨਾਲ ਉਹ ਸਾਰੇ ਹੀ ਖਿੱਚ ਕੇ ਨਾ ਬਿਲਕੁਲ ਸਰੀਰ ਨਿਰਵਲ ਕਰਤਾ। ਜਿਹੜੀ ਆਮ ਬਲ ਤੇ ਤਾਕਤ ਸ਼ਕਤੀ ਸੀ ਨਾ ਮਨੁੱਖ ਸਰੀਰ ਦੇ ਵਿੱਚ ਉਹ ਬਣਾ ਰਹੀ ਤੇ ਜੋ ਸੀਤ ਪ੍ਰਸਾਦ ਛਕ ਕੇ ਪ੍ਰਾਪਤ ਹੋਈ ਸੀ ਉਹ ਵੀ ਜਾਂਦੀ ਰਹੀ ਤੇ ਇੱਕਦਮ ਨਿਚੋੜ ਕੇ ਰੱਖ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਸ਼ੂਸ਼ੀ ਦੇ ਤਥਾ ਹੋਏ ਗਈ। ਹੁਣ ਜਦੋਂ ਦੇਖਿਆ ਵੀ ਮੇਰਾ ਸਰੀਰ ਇਹ ਝੂਠਾ ਪੈ ਰਿਹਾ, ਬਿਲਕੁਲ ਇਹ ਤਾਕਤ ਕੋਈ ਬਲ ਰਿਹਾ ਹੀ ਨਹੀਂ, ਸਰੀਰ ਨੂੰ ਕੀ ਹੋ ਗਿਆ। ਜਥਾ ਊਖ ਤੇ ਰਕਸ ਰਕਸਾਵੇ। ਇਸ ਤਰ੍ਹਾਂ ਵੀ ਜਿਸ ਤਰ੍ਹਾਂ ਗੰਨਾ ਚੂਪ ਕੇ ਰਸ ਸਾਰਾ ਚੂਸ ਲਿਆ ਜਾਵੇ ਤੇ ਕੱਲੇ ਛਿੱਲੜ ਬਾਹਰ ਕੱਢ ਦਿੱਤੀ ਜਾਵੇ, ਸੱਟ ਦਿੱਤੀ ਜਾਵੇ, ਇਹਨਾਂ ਨੇ ਤਾਂ ਛਿੱਲੜ ਵਾਂਗੂ ਮੇਰੇ ਸਰੀਰ ਚੋਂ ਸਾਰੀ ਤਾਕਤ ਹੀ ਚੂਸ ਲੈਣੀ ਕੀਤੀ। ਮੇਰੇ ਹੱਥ ਨੂੰ ਕੀ ਪਕੜਿਆ, ਥੋੜਾ ਜਿਹਾ ਦਬਾਇਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਿਲਕੁਲ ਕੋਈ ਬਲ ਛਲ ਕਰਕੇ ਜੋ ਮੈਂ ਬੋਲਦਾ ਸੀ ਬਿਲਕੁਲ ਨਿਰਤਾਕਤ ਕਰ ਦਿੱਤਾ। ਪੂਰਾ ਕਮਜ਼ੋਰ ਹੋ ਗਿਆ। ਮੈਂ ਆਪਣੇ ਆਪ ਦੇ ਬਲ ਤੇ ਖੜਾ ਹੋਣਾ ਵੀ ਆਪਣੇ ਆਪ ਨੂੰ ਮੁਸ਼ਕਲ ਸਮਝਦਾ। ਪਤਾ ਨਹੀਂ ਕਦੋਂ ਮੈਂ ਡਿੱਗ ਪੈਣਾ ਹੈ ਧਰਤੀ ਤੇ। ਹੋਰ ਰਹੇ ਬਿਨਸਾਰ ਗਿਰਾਵੇ। ਹੁਣ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੁਬਾਰਾ ਪੜਿਓ। ਖੋਰ ਰਹੇ ਬਿਨਸਾਰ ਗਿਰਾਵੇ। ਤੇ ਕਹਿੰਦੇ ਵੀ ਜਿਸ ਤਰ੍ਹਾਂ ਇੱਕ ਖੋਲੇ ਰਹਿ ਗਿਆ, ਵਿੱਚ ਤਾਕਤ ਰਹੀ ਨਹੀਂ, ਕੋਈ ਰਸ ਨਹੀਂ ਰਿਹਾ ਸਰੀਰ ਦੇ ਵਿੱਚ। ਭਇਓ ਸਾਰ ਲਖਿਓ ਬਨ ਮਾਹੀ। ਹੁਣ ਬੜਾ ਹੈਰਾਨ ਹੋ ਗਿਆ ਤੇ ਬਹੁਤ ਵਿਸਮਾਦ ਦੇ ਵਿੱਚ ਚਲੇ ਗਿਆ ਵੀ ਇਹ ਕੀ ਹੋ ਗਿਆ। ਇਹ ਸਰੀਰ ਦੀ ਸਾਰੀ ਸ਼ਕਤੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਖਿੱਚ ਲੈਣੀ ਕੀਤੀ ਹੈ। ਪ੍ਰਥਮ ਸ਼ਕਤ ਔਰ ਪਈਤ ਨਾਹੀ। ਕਹਿੰਦੇ ਜਿਹੜੀ ਮੇਰੀ ਸ਼ਕਤੀ ਸੀਗੀ, ਜੋ ਸੀਤ ਪ੍ਰਸਾਦ ਤੇ ਗੰਨੇ ਦੇ ਛਿਲਕ ਜਿਹੜੇ ਚੂਸ ਕੇ ਪ੍ਰਾਪਤ ਹੋਈ ਸੀ, ਉਹ ਸਰੀਰ ਬਿਲਕੁਲ ਖਾਲੀ ਹੋ ਗਿਆ ਦੇਖਦਿਆਂ ਦੇਖਦਿਆਂ। ਪਛਤਾਵਾ ਕਰਤ ਦੁਖ ਪਾਵੇ। ਹੁਣ ਮਨੋ ਮਨ ਇੰਨਾ ਪਛਤਾਵਾ ਕਰ ਰਿਹਾ, ਆਪਣੇ ਆਪ ਨੂੰ ਲਾਹਣਤ ਪਾ ਰਿਹਾ ਤੇ ਆਪਣੇ ਆਪ ਨੂੰ ਬਹੁਤ ਵੱਡਾ ਦੁਖੀ ਮਹਿਸੂਸ ਕਰ ਰਿਹਾ ਹੈ। ਇਹ ਕਿਆ ਭਇਓ ਹਿਰਦੈ ਮੁਰਝਾਵੇ। ਹਿਰਦਾ ਮੁਰਝਾ ਗਿਆ।
ਵੇ ਇਹ ਕੀ ਹੋ ਗਿਆ ਵੀ ਮੈਂ ਇੰਨਾ ਕੁਛ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿਤਾ ਕਿ ਗਰੀਬ ਨਵਾਜ਼ ਤੁਸੀਂ ਬਸ ਇੱਕ ਅੱਖ ਦਾ ਇਸ਼ਾਰਾ ਕਰੋ, ਬਸ ਇੱਕ ਵਾਕ ਕੱਢੋ ਪਾਵਨ ਪਵਿੱਤਰ ਮਖਾਰ ਬਿੰਦ ਤੋਂ ਤੇ ਮੈਂ ਸਭ ਤੁਰਕਾਂ ਦਾ ਨਾਸ ਕਰ ਦੂੰਗਾ। ਹੁਣ ਤਾਂ ਮੇਰੀ ਆਪਣੀ ਕਿਰਿਆ ਵਾਸਤੇ ਵੀ ਸਰੀਰ 'ਚ ਸ਼ਕਤੀ ਨਹੀਂ ਰਹੀ, ਬਹੁਤ ਮੁਰਝਾ ਗਿਆ, ਸੋਚੀ ਪੈ ਗਿਆ। ਸਤਿਗੁਰ ਕਹਿਓ ਕਰੋ ਜਮ ਹੋਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਤਾ ਕੀ ਕਹਿੰਦੇ? ਕਹਿੰਦੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਜੋ ਹੁਕਮ ਹੈ ਨਾ, ਜੋ ਰਜਾ ਹੈ, ਜਿਵ ਜਿਵ ਹੁਕਮ ਤਿਵੈ ਤੇ ਵਿਕਾਰ, ਜੋ ਹੋਆ ਹੋਵ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ। ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੈ। ਹੁਕਮ ਹੈ ਅੰਦਰ ਸਭ ਕੋ, ਜਿਸ ਜਿਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੈ, ਇਹ ਇਸੇ ਤਰ੍ਹਾਂ ਸਭ ਕੁਝ ਹੋਣਾ ਹੈ। ਟਕਰਾਵੋ ਪੁਰਜੇ ਵਡ ਦੋਵੈ। ਕਹਿੰਦੇ ਵੀ ਜੇ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਕੋਈ ਬਰਾਬਰੀ ਕਰੇ, ਕੋਈ ਇਹ ਮੁਕਾਬਲਾ ਕਰੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਐਮ ਸੁਣ ਕੇ ਬੋਲਿਓ ਕਰ ਜੋਰ। ਹੁਣ ਦੋਨੋਂ ਹੱਥ ਜੋੜ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਬਿਨੇ ਕਰਦਾ ਹੈ। ਭਇਓ ਦੀਨ ਦਿਖ ਤਿਨ ਮੁਖਤ ਔਰ। ਹੁਣ ਬਿਲਕੁਲ ਨਿਰਸ਼ਕਤੀ ਨਿਰਵਲ ਹੋ ਗਿਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਮਖਾਰ ਬਿੰਦ ਵੱਲ ਦੇਖ ਰਿਹਾ ਹੈ। ਬਸ ਕਰਨ ਹਰਨ ਜਗ ਕੇ ਤੁਮ ਭਰਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹੁਣ ਇਹ ਕਹਿ ਰਿਹਾ, ਮਹਾਰਾਜ ਜੀ ਆਪ ਪਰਮੇਸ਼ਰ ਸਰੂਪ ਹੋ, ਆਪ ਕਰਨ ਕਰਾਵਣ ਜੋਗ ਹੋ। ਮਹਾਰਾਜ ਜਿਸ ਤਰ੍ਹਾਂ ਆਪ ਜੀ ਦੀ ਰਜਾ ਹੈ, ਜਿਸ ਤਰ੍ਹਾਂ ਆਪ ਜੀ ਦੀ ਮੌਜ ਹੈ, ਇਹ ਤਾਂ ਉਸੇ ਤਰ੍ਹਾਂ ਹੋਣਾ ਹੈ। ਮੇਰੇ ਤੇ ਕਿਰਪਾ ਕਰੋ, ਮੈਨੂੰ ਮਾਫ ਕਰ ਦੇਣਾ। ਮੈਂ ਆਪ ਜੀ ਦੇ ਚਰਨਾਂ 'ਚੋਂ ਹੀ ਸੀਤ ਪ੍ਰਸਾਦ 'ਚੋਂ ਇਹ ਬਲ ਪ੍ਰਾਪਤ ਕਰਕੇ ਆਪ ਜੀ ਨੂੰ ਪੁੱਛਣ ਲੱਗ ਪਿਆ ਸੀ, ਮੈਨੂੰ ਖਿਮਾ ਕਰ ਦੇਣਾ ਗਰੀਬ ਨਵਾਜ਼ ਜੀ। ਕਹੇ ਕਰੋ ਸਭ ਹਨ ਕੇ ਕਰਤਾ। ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਆਪਣੀ ਮੌਤ ਦੇ ਵਿੱਚ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਆ, ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਤੇ ਫਿਰ ਸ੍ਰਿਸ਼ਟੀ ਦੀ ਲੈ ਕਰਦਾ ਹੈ। ਇੱਕ ਨਾਂ ਦੇ ਦਿਲ ਪੱਥਰ ਬਣਾ ਦਿੰਦਾ, ਇੱਕ ਨਾਂ ਦੇ ਦਿਲ ਮੋਮ ਬਣਾ ਦਿੰਦਾ। ਇੱਕ ਰੋਮ ਰੋਮ ਕਰਕੇ ਪਰਮਾਤਮਾ ਦੇ ਹੁਕਮ ਦੇ ਅੱਗੇ ਸੀਸ ਝੁਕਾ ਦਿੰਦੇ ਆ, ਤੇ ਇੱਕ ਰੋਮ ਰੋਮ ਕਰਕੇ ਤੇ ਪਰਮਾਤਮਾ ਦੀ ਸ਼ਕਤੀ ਦੇ ਮੋਹਰੇ ਆਪਣਾ ਬਲ ਤੇ ਤਾਕਤ ਦੀ ਅਜਮਾਇਸ਼ ਕਰਦੇ ਆ। ਲਗੀ ਨਾ ਮਹਿਮਾ ਅਦਕ ਪ੍ਰਤਾਪਾ। ਹੇ ਅਕਾਲ ਪੁਰਖ ਗੁਰੂ ਪਰਮੇਸ਼ਰ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਪ ਜੀ ਦੀ ਮਹਿਮਾ ਕਹਿਣੇ ਕਥਨੇ ਤੋਂ ਪਰੇ ਹੈ। ਕਹਿੰਦੇ ਮੈਂ ਆਪ ਜੀ ਦੇ ਸਾਹਮਣੇ ਆਪਣੇ ਆਪ ਨੂੰ ਜਨਾਉਣ ਵਾਸਤੇ ਕਿੰਨਾ ਕੁਫਰ ਬੋਲਿਆ, ਕਿੰਨਾ ਕੁਝ ਮੈਂ ਹੰਕਾਰ ਦੇ ਬੋਲ ਬੋਲਦਾ ਰਿਹਾ, ਮੈਨੂੰ ਖਿਮਾ ਕਰ ਦੇਣਾ। ਕਰੋ ਸਹਾਇ ਗੁਰੂ ਕੀ ਅਬੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੈਨੂੰ ਖਿਮਾ ਕਰ ਦਿਓ, ਮੇਰੀ ਸਹਾਇਤਾ ਕਰਨੀ, ਮੈਨੂੰ ਮਾਫ ਕਰ ਦੇਣਾ। ਹਤੋਂ ਤੁਰਕ ਜੇ ਦੋਖੀ ਸਭੈ। ਕਹਿੰਦੇ ਇਹ ਜਿੰਨੇ ਵੀ ਤੁਰਕ ਹੈ, ਇਹ ਜਿੰਨੇ ਵੀ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਦੁਖੀ ਹੈ, ਐਸੀ ਕਰੋ ਇਨਹੂ ਕੇ ਸੰਗ। ਇਹ ਮਹਾਰਾਜ ਜੀ ਆਪ ਹੀ ਹੁਣ ਬਖਸ਼ ਤੇ ਆਪ ਹੀ ਕਿਰਪਾ ਕਰੋ। ਜਿਸ ਜਿਸ ਤਰ੍ਹਾਂ ਆਪ ਜੀ ਦੀ ਮੌਜ ਹੈ, ਇਹਨਾਂ ਦੇ ਨਾਲ ਆਪ ਕਰਨਾ ਕਰੋ। ਜਰ ਸਮੇਤ ਤਰ ਸਗਰੋ ਭੰਗ। ਕਹਿੰਦੇ ਇਹਨਾਂ ਤੁਰਕਾਂ ਦਾ ਜੋ ਰਾਜ ਭਾਗ, ਜੋ ਜੜ੍ਹਾਂ ਭਾਵੇਂ ਗੁਰੂ ਨਾਨਕ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਲੱਗੀਆਂ ਸਨ, ਪਰ ਆਪ ਜੀ ਕਿਰਪਾ ਕਰਕੇ ਇਹ ਖਤਮ ਕਰ ਦੇਣੀਆਂ। ਭਈ ਸ਼ਕਤ ਮੈਂ ਮੋਹ ਮੈਂ ਭਾਰੀ। ਕਹਿੰਦੇ ਜਦੋਂ ਮੇਰੇ 'ਚ ਸ਼ਕਤੀ ਆ ਗਈ ਸੀ, ਇਸ ਕਰਕੇ ਮੈਂ ਆਪ ਦੇ ਚਰਨਾਂ 'ਚ ਬਿਨੈ ਕੀਤੀ ਮਹਾਰਾਜ। ਸਰਬ ਯਥਾਰਥ ਗਿਧਾ ਉਚਾਰੀ। ਇਹ ਤਾਂ ਆਪ ਸਮਰੱਥ ਕਰਨ ਕਰਾਵਣ ਹਾਰ ਸੁਆਮੀ ਹੋ। ਆਪ ਜੀ ਦੀ ਜੈਸੀ ਮੌਜ ਹੈ, ਉਸ ਤਰ੍ਹਾਂ ਹੀ ਸਭ ਕੁਝ ਹੋਣਾ ਹੈ। ਰਾਵਰ ਨੇ ਬਾਹੂ ਮਮ ਗਹੀ। ਕਹਿੰਦੇ ਇਸ ਕਰਕੇ ਇਹ ਜੋ ਰਾਵਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਇਓ ਰੰਕ ਨਾ ਸ਼ਕਤ ਕਛ ਰਹੀ। ਕਹਿੰਦੇ ਹੁਣ ਸ਼ਕਤੀ ਖਿੱਚ ਕੇ ਨਾ ਬਸ ਮੈਨੂੰ ਕੰਗਾਲ ਬਣਾਤਾ। ਜਿਸ ਤਰ੍ਹਾਂ ਕਿਸੇ ਕੋਲ ਬਹੁਤ ਧਨ ਤੇ ਕਰੋੜਾਂ ਅਰਬਾਂ ਪਤੀ ਬਣ ਜਵੇ, ਸਾਰਾ ਹੀ ਧਨ ਉਹਦੇ ਕੋਲੋਂ ਖੋਹ ਲਿਆ ਜਾਵੇ, ਤਾਂ ਇੱਕ ਭਿਖਾਰੀ ਦੀ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਦਾ। ਉਹ ਹੁਣ ਸੇਵਾਦਾਰ ਕਹਿੰਦਾ, ਮਹਾਰਾਜ ਜੀ
ਆਪ ਜੀ ਨੇ ਬਿਲਕੁਲ ਸ਼ਕਤੀਹੀਨ ਕਰਕੇ ਮੈਨੂੰ ਕੰਗਾਲ ਕਰਤਾ ਹੈ। ਅਖਲ ਬਨਾਸਿਓ ਜੋ ਮਮ ਦਾਪ, ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ, ਹੁਣ ਮੇਰੇ ਕੋਲੋਂ ਅਣਜਾਣ ਪੁਣੇ ਦੇ ਵਿੱਚ ਇਹ ਜੋ ਵੱਡੇ ਪਾਪ ਹੋਏ ਹਨ, ਆਪ ਕਿਰਪਾ ਕਰਕੇ ਬਖਸ਼ ਲੈਣਾ। ਜੈਮ ਬਾਛਤ ਤਿਮ ਵਰਤੋ ਆਪ। ਮਹਾਰਾਜ ਜੀ, ਜਿਸ ਤਰ੍ਹਾਂ ਆਪ ਜੀ ਦੀ ਮੌਤ, ਜਿਸ ਤਰ੍ਹਾਂ ਆਪ ਜੀ ਦੀ ਮਰਜ਼ੀ ਹੈ, ਉਸ ਤਰ੍ਹਾਂ ਮਹਾਰਾਜ ਜੀ ਆਪ ਹੁਣ ਖੇਡ ਵਰਤਾਓ। ਧੀਰਜ ਸਹਿਤ ਗੰਭੀਰ ਉਦਾਰਾ। ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੀਰਜ ਦੇ ਸਮੁੰਦਰ, ਸ਼ਾਂਤੀ ਦੇ ਪੁੰਜ, ਵੈਰਾਗ ਦੇ ਸਾਗਰ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਬਾਰਕ ਰਸਨਾ ਤੋਂ ਇਹ ਬਚਨ ਕਹੇ। ਅਵਨ ਲਖੇ ਪ੍ਰਿਪਾ ਤੁਮਾਰਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੇਵਾਦਾਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਫਿਰ ਇਹ ਕਹਿਣ ਲੱਗੇ, ਰਚੋ ਭਵਿੱਖਤ ਕਿਆ ਸੋ ਬਿਰਤਾਂਤ। ਕਹਿੰਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਜੋ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੈ ਨਾ, ਆਉਣ ਵਾਲੇ ਸਮੇਂ ਦੇ ਵਿੱਚ ਉਹੀ ਕੁਝ ਹੋਣਾ ਹੈ, ਕਿਉਂਕਿ ਤੇਰਾ ਭਾਣਾ ਤੂੰ ਹੈ ਮਨਾ ਹੈ। ਤੇਰੀ ਸੇਵਾ ਤੁਝ ਤੇ ਹੋਵੈ ਔਰ ਨਾ ਦੂਜਾ ਕਰਤਾ। ਭਗਤ ਤੇਰਾ ਸੋਈ ਤੁਧ ਭਾਵੈ ਜਿਸਨੋਂ ਤੂੰ ਰੰਗ ਧਰਤਾ। ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ। ਕਹੋ ਨਾਨਕ ਢਹਿ ਪਿਆ ਦੁਆਰੈ, ਰੱਖ ਲੇਵੋ ਮੁਗਧ ਅਜਾਣਾ। ਨਹਿ ਕੋ ਜਾਣ ਸਕੇ ਅਸ ਭਾਂਤ। ਗਰੀਬ ਨਵਾਜ਼ ਜੀ, ਦੁਨੀਆ ਦੀ ਕੋਈ ਵੀ ਤਾਕਤ, ਕੋਈ ਵੀ ਮਨੁੱਖ ਇਹ ਆਪ ਜੀ ਦੀ ਕਲਾ ਨੂੰ ਜਾਣ ਨਹੀਂ ਸਕਦਾ ਕਿ ਕੀ ਖੇਡ ਵਰਤਾਉਣਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੁਣ ਨਿਮਰਤਾ ਭਰੇ ਬੋਲ ਗੁਰਸਿੱਖ ਦੇ ਸੁਣ ਕੇ। ਕੀਨ ਜਨਾਵਨ ਤਿਸ ਕੋ ਭਨ ਕੇ। ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨੂੰ ਜਣਾ ਰਹੇ ਆ ਵੀ ਕਿਸ ਤਰ੍ਹਾਂ ਇਹ ਤਾਕਤ ਤੇ ਬਲ ਤੇਰੇ ਕੋਲ ਆਇਆ, ਤੇ ਸਾਨੂੰ ਤੋਂ ਪੁੱਛਣ ਲੱਗ ਪਿਆ, ਦੱਸੋ ਮਹਾਰਾਜ ਜੀ ਮੈਂ ਕੀ ਕਰਾਂ। ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਗੁਰਸਿੱਖ ਨੂੰ ਹੁਣ ਕੀ ਉਪਦੇਸ਼ ਦੇ ਰਹੇ ਹਨ, ਇਹ ਕੱਲ੍ਹ ਦੇ ਦੀਵਾਨਾਂ 'ਚ ਆਪਾਂ ਗੁਰਮੁਖ ਪਿਆਰਿਓ ਸਰਵਣਾ ਕਰਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੇ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਹੋਈਆਂ ਗਲਤੀਆਂ ਦੀ ਖਿਮਾ ਤੇ ਸਮਾਪਤੀ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਕੀਨ ਜਨਾਵਨ ਤਿਸ ਕੋ ਭਨ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਨਾਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਇਤਿਹਾਸ, ਉਸ ਦੀ ਕਥਾ ਜੋ ਲੜੀਵਾਰ ਕਥਾ ਚੱਲ ਰਹੀ ਹੈ, ਬਹੁਤ ਹੀ ਵਿਦਵਤਾ ਦੇ ਨਾਲ ਉਸ ਕਥਾ ਨੂੰ ਸੰਗਤਾਂ ਦੇ ਨਾਲ ਸਾਂਝ ਪਵਾ ਰਹੇ ਸਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਕਰਤਾਰ ਸਿੰਘ ਜੀ ਖਾਲਸਾ। ਸਾਰੀਆਂ ਹੀ ਸੰਗਤਾਂ ਵੱਲੋਂ, ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਪਿਆਰੇ ਇਸੇ ਤਰ੍ਹਾਂ ਪੰਥ ਤੇ ਕੌਮ ਦੀਆਂ ਸੇਵਾਵਾਂ ਕਰਦੇ ਰਹਿਣ। ਸੋ ਗੁਰੂ ਪਿਆਰਿਓ, ਆਓ ਹੁਣ ਲੜੀਵਾਰ ਢਾਡੀ ਪ੍ਰਸੰਗ ਦੇ ਨਾਲ ਜੁੜਦੇ ਹਾਂ। ਢਾਡੀ ਪ੍ਰਸੰਗ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਵਾ ਰਹੇ ਹਨ ਭਾਈ ਸਾਹਿਬ ਭਾਈ ਕੁੰਡਾ ਸਿੰਘ ਜੀ ਜੋਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।